Kanchan Outlook। राग गौड़ी पूर्वी 52 अखरी कबीर जियो की एक ओंकार सतनाम करता पुरख गुरप्रसाद। 52 अक्षर लोक त्रै सब कछ इन्हीं माहे, ए अखर खिर जाहेंगे ओए अखर इन मह नाहे। कबीर जी कहते 52 अक्षर लोक त्रै 52 अखर सारे जगत विच वरते जा रहे हैं। जगत का सारा वरतारा इन्हां लिपियां दे अखरां दे राही ही चल रहा है। जेकर असीं सोच के देखीए तो बोली भाषा शब्दावली इन्हां तो बिना मनुख का गुजारा अज की घड़ी असंभव है। जदों मनुखता ਦੇ बहुत ही शुरुआती दौर ਦੇ ਵਿੱਚ ਮਨੁੱਖ ਜੰਗਲਾਂ ਦੇ ਵਿੱਚ ਪਸ਼ੂਆਂ ਦੇ ਵਾਂਗ ਹੀ ਰਹਿੰਦਾ ਸੀ। ਜਦੋਂ ਕੋਈ ਬੋਲੀ ਕੋਈ ਭਾਸ਼ਾ ਇਜਾਦ ਨਹੀਂ ਸੀ ਹੋਈ, ਪੈਦਾ ਨਹੀਂ ਸੀ ਹੋਈ, ਉਦੋਂ ਮਨੁੱਖ ਬੋਲੀ ਭਾਸ਼ਾ ਤੋਂ ਬਿਨਾਂ ਰਹਿ ਲੈਂਦਾ ਸੀ। ਪਰ ਜਦ ਇੱਕ ਵਾਰ ਇਹ ਬੋਲੀਆਂ ਇਹ ਭਾਸ਼ਾਵਾਂ ਪੈਦਾ ਹੋ ਚੁੱਕੀਆਂ ਨੇ, ਹੁਣ ਅਸੀਂ ਆਮ ਵਰਤਦੇ ਹਾਂ, ਤਾਂ ਹੁਣ ਇਹਨਾਂ ਦੇ ਬਿਨਾਂ ਜਗਤ ਦਾ ਗੁਜ਼ਾਰਾ ਨਹੀਂ। ਜਗਤ ਦਾ ਸਾਰਾ ਵਰਤਾਰਾ ਹੁਣ ਇਹਨਾਂ ਦੇ ਰਾਹੀਂ ਹੀ ਚੱਲ ਰਿਹਾ ਹੈ। ਤੇ ਜਦ ਕਬੀਰ ਜੀ ਸਨ ਉਦੋਂ ਵੀ ਜਗਤ ਦਾ ਸਾਰਾ ਵਰਤਾਰਾ ਇਹਨਾਂ ਬੋਲੀਆਂ ਭਾਸ਼ਾਵਾਂ ਦੇ ਰਾਹੀਂ ਚੱਲਦਾ ਸੀ। ਸੋ 52 ਅक्षर ਲੋਕ ਤਰੈ ਸਭ ਕਛ ਇਨਹੀ ਮਾਹੇ, ਸਭ ਕੁਝ ਇਹਨਾਂ ਦੇ ਨਾਲ ਹੀ ਹੋ ਰਿਹਾ ਹੈ। ਪਰ ਕਬੀਰ ਜੀ ਕਹਿੰਦੇ ਇਹ ਅੱਖਰ ਖਿਰ ਜਾਹੇਂਗੇ। ਜਿਸ ਪ੍ਰਕਾਰ ਇਹ ਜਗਤ ਨਾਸਵੰਤ ਹੈ, ਜਗਤ ਦੇ ਵਿੱਚ ਮੌਜੂਦ ਹਰ ਇੱਕ ਸ਼ੈ ਹਰ ਇੱਕ ਚੀਜ਼ ਨਾਸਵੰਤ ਹੈ, ਉਸੇ ਪ੍ਰਕਾਰ ਕਹਿੰਦੇ ਇਹ ਅੱਖਰ ਵੀ ਇੱਕ ਦਿਨ ਨਾਸ ਹੋ ਜਾਣਗੇ, ਇਹ ਵੀ ਨਾਸਵੰਤ ਨੇ। ਮੰਨ ਲਓ ਜਦ ਮਨੁੱਖ ਹੀ ਨਾ ਰਿਹਾ ਤਾਂ ਇਹ ਅੱਖਰ ਵੀ ਨਹੀਂ ਰਹਿਣਗੇ। ਮਨੁੱਖ ਹੈ ਤਾਂ ਅੱਖਰ, ਓਏ ਅੱਖਰ ਇਨਮੈ ਨਾਹੀ। ਓਏ ਅੱਖਰ ਤੋਂ ਭਾਵ ਉਹ ਅੱਖਰ ਜਿਹਦੇ ਰਾਹੀਂ ਪ੍ਰਮਾਤਮਾ ਦੇ ਸਰੂਪ ਨੂੰ ਬਿਆਨ ਕੀਤਾ ਜਾ ਸਕੇ, ਉਹ ਅੱਖਰ ਕਹਿੰਦੇ ਇਹਨਾਂ ਅੱਖਰਾਂ ਦੇ ਵਿੱਚ ਨਹੀਂ। ਕਹਿਣ ਤੋਂ ਭਾਵ ਹੈ ਕਿ ਪ੍ਰਮਾਤਮਾ ਦਾ ਸਰੂਪ ਪ੍ਰਮਾਤਮਾ ਦੇ ਨਾਲ ਮਿਲਾਪ ਦੀ ਸਥਿਤੀ ਅਜਿਹੀ ਹੈ ਜਿਹਨੂੰ ਬਿਆਨ ਕੀਤਾ ਹੀ ਨਹੀਂ ਜਾ ਸਕਦਾ, ਭਾਵੇਂ ਦੁਨੀਆ ਤੇ ਲੱਖ ਅੱਖਰ ਲੱਖ ਭਾਸ਼ਾਵਾਂ ਹੋਣ। ਜਹਾਂ ਬੋਲ ਤਹਾਂ ਅੱਛਰ ਆਵਾ। ਬੋਲ ਤੋਂ ਭਾਵ ਉਹ ਅਵਸਥਾ ਉਹ ਵਰਤਾਰਾ ਜੋ ਬਿਆਨ ਕੀਤਾ ਜਾ ਸਕਦਾ ਹੈ। ਕਹਿੰਦੇ ਜਹਾਂ ਬੋਲ ਤਹਾਂ ਅੱਛਰ ਆਵਾ, ਭਾਵ ਜੋ ਵਰਤਾਰਾ ਬਿਆਨ ਕੀਤਾ ਜਾ ਸਕਦਾ ਹੈ ਅੱਖਰ ਕੇਵਲ ਉੱਥੇ ਹੀ ਵਰਤੇ ਜਾਂਦੇ ਹਨ, ਉੱਥੇ ਅੱਖਰ ਆ ਜਾਂਦੇ ਨੇ, ਉੱਥੇ ਅੱਖਰਾਂ ਦਾ ਇਸਤੇਮਾਲ ਹੋ ਜਾਂਦਾ ਹੈ। ਜਹਾਂ ਅਬੋਲ ਤਹਾਂ ਮਨ ਨਾ ਰਹਾਵਾ। ਤੇ ਜਿਹੜੀ ਅਵਸਥਾ ਅਬੋਲ ਹੋਵੇ, ਭਾਵ ਜਿਹੜੀ ਅਵਸਥਾ ਨੂੰ ਬਿਆਨ ਹੀ ਨਾ ਕੀਤਾ ਜਾ ਸਕਦਾ ਹੋਵੇ, ਉੱਥੇ ਮਨ ਹੀ ਨਹੀਂ ਰਹਿ ਜਾਂਦਾ, ਤਾਂ ਅੱਖਰ ਕਿੱਥੋਂ ਰਹਿਣੇ ਨੇ। ਜਦੋਂ ਪ੍ਰਮਾਤਮਾ ਦੇ ਵਿੱਚ ਲੀਨਤਾ ਹੋ ਜਾਏ ਤਾਂ ਮਨ ਦੀ ਸੁੱਧ ਬੁੱਧ ਆਪਣੀ ਹੋਂਦ ਦੀ ਸੁੱਧ ਬੁੱਧ ਖੋ ਜਾਂਦੀ ਹੈ ਤੇ ਉੱਥੇ ਕੋਈ ਅੱਖਰਾਂ ਦਾ ਗਿਆਨ ਨਹੀਂ ਰਹਿੰਦਾ। ਉਸ ਅਵਸਥਾ ਨੂੰ ਅੱਖਰ ਬਿਆਨ ਨਹੀਂ ਕਰ ਸਕਦੇ, ਕਿਉਂਕਿ ਅੱਖਰਾਂ ਨੂੰ ਬਿਆਨ ਕਰਨ ਵਾਲਾ ਮਨ ਹੀ ਉੱਥੇ ਮੌਜੂਦ ਨਹੀਂ ਹੈ। ਬੋਲ ਅਬੋਲ ਮੱਧ ਹੈ ਸੋਈ। ਪਰ ਇਹਦਾ ਮਤਲਬ ਇਹ ਨਹੀਂ ਕਿ ਪ੍ਰਮਾਤਮਾ ਸਿਰਫ ਉਸ ਅਵਸਥਾ ਦੇ ਵਿੱਚ ਹੀ ਮੌਜੂਦ ਹੈ। ਕਹਿੰਦੇ ਪ੍ਰਮਾਤਮਾ ਬੋਲ ਵਿੱਚ ਵੀ ਤੇ ਅਬੋਲ ਵਿੱਚ ਵੀ, ਉਸ ਅਵਸਥਾ ਉਸ ਵਰਤਾਰੇ ਵਿੱਚ ਵੀ ਪ੍ਰਮਾਤਮਾ ਦੀ ਮੌਜੂਦਗੀ ਹੈ ਜਿਹਨੂੰ ਬਿਆਨ ਕੀਤਾ ਜਾ ਸਕਦਾ ਹੈ। ਉਸ ਵਰਤਾਰੇ ਦੇ ਵਿੱਚ ਵੀ ਪਰਮਾਤਮਾ ਦੀ ਮੌਜੂਦਗੀ ਹੈ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਜਸ ਉਹ ਹੈ ਤਸ ਲਖੈ ਨਾ ਕੋਈ। ਪਰਮਾਤਮਾ ਹੈ ਦੋਨੇ ਥਾਈਂ, ਪਰ ਉਹ ਕਿਉਂ ਜਿਹਾ ਹੈ, ਜਿਹੋ ਜਿਹਾ ਵੀ ਹੈ, ਉਹਨੂੰ ਉਹੋ ਜਿਹਾ ਬਿਆਨ ਕੋਈ ਵੀ ਨਹੀਂ ਕਰ ਸਕਦਾ। ਹੈਗਾ ਬੇਸ਼ੱਕ ਦੋਨੋਂ ਥਾਈਂ ਮੌਜੂਦ ਹੈ, ਪਰ ਬਿਆਨ ਨਹੀਂ ਕੀਤਾ ਜਾ ਸਕਦਾ। ਅੱਲਾ ਲਓ ਤੋ ਕਿਆ ਕਹੋ, ਕਹੋ ਤਾਂ ਕੋ ਉਪਕਾਰ, ਬਟਕ ਬੀਜ ਮਹਿ ਰਵ ਰਹਿਓ, ਜਾਕੋ ਤੀਨ ਲੋਕ ਵਿਸਥਾਰ। ਅੱਲਾਹ ਤੋਂ ਭਾਵ ਅਲੱਭ, ਜਿਹਨੂੰ ਲੱਭਣਾ ਮੁਸ਼ਕਿਲ ਹੋਵੇ, ਜਿਹਨੂੰ ਵੇਖਿਆ ਨਾ ਜਾ ਸਕਦਾ ਹੋਵੇ। ਲਹੋ ਤੋਂ ਭਾਵ ਲੱਭ ਲੈਣਾ। ਕਹਿੰਦੇ ਅੱਲਾਹ ਲਹੋ ਤਾਂ ਕਿਆ ਕਹੋ। ਕਹਿੰਦੇ ਜੇਕਰ ਮੈਂ ਉਸ ਅਲੱਭ ਪ੍ਰਮਾਤਮਾ ਨੂੰ ਲੱਭ ਵੀ ਲਵਾਂ ਤਾਂ ਵੀ ਕੀ ਕਵਾਂਗਾ, ਉਹਦੇ ਸਰੂਪ ਨੂੰ ਕੀ ਬਿਆਨ ਕਰਾਂਗਾ। ਕਹੋ ਤਾਂ ਕੋ ਉਪਕਾਰ, ਜੇ ਕਹਿ ਵੀ ਲਵਾਂਗਾ, ਜੇ ਕੁਝ ਬਿਆਨ ਕਰ ਵੀ ਲਵਾਂਗਾ ਤਾਂ ਉਸ ਦਾ ਵੀ ਕਿਸੇ ਨੂੰ ਲਾਭ ਨਹੀਂ ਹੋਣਾ, ਕਿਉਂਕਿ ਪਹਿਲੀ ਗੱਲ ਪ੍ਰਮਾਤਮਾ ਦਾ ਸਰੂਪ ਜਿਉ ਜਿਹਾ ਹੈ
ਉਹਨੂੰ ਸਮਝਣਾ ਔਖਾ। ਜੇ ਅਸੀਂ ਸਮਝ ਵੀ ਲਈਏ ਤੇ ਦੂਜੇ ਨੂੰ ਸਮਝਾਵਣਾ ਉਦੋਂ ਵੀ ਔਖਾ। ਇਸ ਕਰਕੇ ਕਹੋ ਤਾਂ ਕੋ ਉਪਕਾਰ, ਭਾਵ ਕਿ ਜੇ ਮੈਂ ਉਸ ਅਲੱਭ ਪ੍ਰਮਾਤਮਾ ਨੂੰ ਲੱਭ ਵੀ ਲਵਾਂ ਤਾਂ ਪਹਿਲੀ ਗੱਲ ਤੇ ਉਹਦੇ ਸਰੂਪ ਨੂੰ ਬਿਆਨ ਕਰ ਨਹੀਂ ਸਕਦਾ। ਜੇ ਕਰਾਂ ਵੀ ਤਾਂ ਉਹਦਾ ਕਿਸੇ ਨੂੰ ਲਾਭ ਨਹੀਂ ਹੋਣਾ, ਭਾਵ ਸਮਝ ਕਿਸੇ ਨੂੰ ਨਹੀਂ ਆਉਣੀ। ਬਟਕ ਬੀਜ ਮਹਿ ਰਵ ਰਹਿਓ, ਜਾਗੋ ਤੀਨ ਲੋਕ ਵਿਸਥਾਰ। ਉਂਝ ਜਿਸ ਪਰਮਾਤਮਾ ਦਾ ਇਹ ਤਿੰਨੇ ਲੋਕ ਭਾਵ ਸਾਰਾ ਹੀ ਜਗਤ ਪਸਾਰਾ ਹਨ, ਸਾਰੇ ਜਗਤ ਦੇ ਵਿੱਚ ਪਰਮਾਤਮਾ ਵਸਿਆ ਹੋਇਆ ਹੈ। ਬਿਲਕੁਲ ਇੰਝ ਹੀ ਜਿਵੇਂ ਬੀਜ ਦੇ ਵਿੱਚ ਬੋਹੜ ਦਾ ਰੁੱਖ ਤੇ ਬੋਹੜ ਦੇ ਰੁੱਖ ਦੇ ਵਿੱਚ ਬੀਜ ਰਚਿਆ ਹੋਇਆ ਹੋਵੇ। ਅੱਲ੍ਹਾ ਲਹੰਤਾ ਭੇਦ ਛੈ, ਕਛ ਕਛ ਪਾਇਓ ਭੇਦ। ਪਰਮਾਤਮਾ ਨੂੰ ਮਿਲਣ ਦਾ ਯਤਨ ਕਰਦਿਆਂ ਕਰਦਿਆਂ ਮੇਰੀ ਦੁਬਿਧਾ ਦਾ ਨਾਸ ਹੋ ਗਿਆ। ਭੇਦ ਛੈ ਤੋਂ ਭਾਵ ਦੁਬਿਧਾ ਦਾ ਨਾਸ ਹੋ ਗਿਆ। ਤੇ ਜਦੋਂ ਦੁਬਿਧਾ ਦਾ ਨਾਸ ਹੋਇਆ ਤਾਂ ਕਛ ਕਛ ਪਾਇਓ ਭੇਦ, ਮੈਨੂੰ ਥੋੜ੍ਹਾ ਥੋੜ੍ਹਾ ਭੇਦ ਪੈ ਗਿਆ। ਪਰਮਾਤਮਾ ਦੀ ਰਮਝ ਸਮਝ ਦੇ ਵਿੱਚ ਆ ਗਈ। ਉਲਟ ਭੇਦ ਮਨ ਬੇਦਿਓ, ਪਾਇਓ ਅਭੰਗ ਅਛੇਦ। ਦੁਬਿਧਾ ਨੂੰ ਉਲਟਿਆਂ ਮੇਰਾ ਮਨ ਪਰਮਾਤਮਾ ਵਿੱਚ ਵਿਝ ਗਿਆ ਤੇ ਮੈਂ ਉਸ ਅਵਿਨਾਸ਼ੀ ਤੇ ਅਵਿੱਜ ਪ੍ਰਭੂ ਨੂੰ ਪ੍ਰਾਪਤ ਕਰ ਲਿਆ। ਤੁਰਕ ਤਰੀਕਤ ਜਾਨੀਐ, ਹਿੰਦੂ ਵੇਦ ਪੁਰਾਨ। ਮਨ ਸਮਝਾਵਨ ਕਾਰਨੇ, ਕਛੁਅਕ ਪੜ੍ਹਿਆ ਗਿਆਨ। ਮਨ ਨੂੰ ਸਮਝਾਉਣ ਦੇ ਲਈ, ਜਦੋਂ ਸਾਡੀ ਦੁਬਿਧਾ ਮਿਟ ਜਾਏ, ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜੇ ਰਹਿਣ ਲਈ, ਮਨ ਨੂੰ ਉੱਚੇ ਜੀਵਨ ਦੀ ਸੂਝ ਦੇਣ ਦੇ ਲਈ ਉੱਚੀ ਵਿਚਾਰ ਵਾਲੀ ਬਾਣੀ ਥੋੜ੍ਹੀ ਬਹੁਤੀ ਪੜ੍ਹਨੀ ਜ਼ਰੂਰੀ ਹੈ। ਤਾਂ ਹੀ ਤੁਰਕ ਤਰੀਕਤ ਜਾਨੀਐ। ਤੁਰਕ ਤੋਂ ਭਾਵ ਮੁਸਲਮਾਨ, ਤਰੀਕਤ ਤੋਂ ਭਾਵ ਹਿਰਦੇ ਦੀ ਪਵਿੱਤਰਤਾ ਦਾ ਢੰਗ। ਜੋ ਇਸਲਾਮ ਹੈ ਉਹਦੇ ਵਿੱਚ ਫਕੀਰ ਲੋਕ ਰੱਬ ਨੂੰ ਮਿਲਣ ਦੇ 4 ਰਸਤੇ ਦੱਸਦੇ ਹਨ, 4 ਦਰਜੇ ਦੱਸਦੇ ਹਨ। ਉਹਨਾਂ ਦੇ ਵਿੱਚੋਂ ਦੂਜਾ ਹੈ ਤਰੀਕਤ। ਕਿਉਂਕਿ ਮਨ ਨੂੰ ਸਮਝਾਉਣ ਦੇ ਲਈ ਉੱਚੀ ਬਾਣੀ ਪੜ੍ਹਨੀ, ਉੱਚੇ ਵਿਚਾਰਾਂ ਵਾਲੀ ਬਾਣੀ ਦਾ ਗਿਆਨ ਹੋਣਾ ਜ਼ਰੂਰੀ ਹੈ। ਇਸੇ ਲਈ ਹੀ ਚੰਗਾ ਮੁਸਲਮਾਨ ਉਹਨੂੰ ਸਮਝਿਆ ਜਾਂਦਾ ਹੈ ਜੋ ਤਰੀਕਤ ਵਿੱਚ ਲੱਗਾ ਹੋਵੇ, ਤੇ ਹਿੰਦੂ ਵੇਦ ਪੁਰਾਣ ਤੇ ਚੰਗਾ ਹਿੰਦੂ ਉਸ ਨੂੰ ਜੋ ਵੇਦਾਂ ਪੁਰਾਣਾਂ ਦੀ ਖੋਜ ਕਰਦਾ ਹੋਵੇ। ਓੰਕਾਰ ਆਦ ਮੈਂ ਜਾਨਾ, ਲਿਖ ਅਰ ਮਿਟੈ ਤਾਹੈ ਨਾ ਮਾਨਾ। ਓੰਕਾਰ ਲਖੈ ਜੋ ਕੋਈ, ਸੋਈ ਲਖ ਮੇਟਣਾ ਨਾ ਹੋਈ। ਓੰਕਾਰ ਤੋਂ ਭਾਵ ਜੋ ਇੱਕ ਰਸ ਸਭ ਥਾਂ ਵਿਆਪਕ ਹੋਵੇ। ਆਦ ਤੋਂ ਭਾਵ ਮੁੱਢ, ਸਭ ਨੂੰ ਬਣਾਉਣ ਵਾਲਾ। ਓੰਕਾਰ ਆਦ ਮੈਂ ਜਾਨਾ, ਕਬੀਰ ਜੀ ਕਹਿੰਦੇ ਜੋ ਇੱਕ ਰਸ ਸਭ ਥਾਂ ਵਿਆਪਕ ਪਰਮਾਤਮਾ ਸਭ ਨੂੰ ਬਣਾਉਣ ਵਾਲਾ ਹੈ, ਮੈਂ ਉਸ ਨੂੰ ਅਵਿਨਾਸੀ ਸਮਝਦਾ। ਲਿਖ ਅਰ ਮੇਟੈ ਤਾਹੈ ਨਾ ਮਾਨਾ। ਹੋਰ ਜਿਸ ਵਿਅਕਤੀ ਨੂੰ ਉਹ ਪ੍ਰਮਾਤਮਾ ਪੈਦਾ ਕਰਦਾ ਹੈ ਤੇ ਫਿਰ ਮਿਟਾ ਦਿੰਦਾ ਹੈ। ਜੋ ਵੀ ਹੋਰ ਵਿਅਕਤੀ ਹਨ ਉਹ ਪੈਦਾ ਹੋਏ ਹਨ, ਉਹਨਾਂ ਨੇ ਮਿਟਣਾ ਵੀ ਹੈ। ਤਾਹੇ ਨਾ ਮਾਨਾ ਕਹਿੰਦੇ ਮੈਂ ਉਹਨਾਂ ਨੂੰ ਪ੍ਰਮਾਤਮਾ ਦੇ ਤੁੱਲ ਨਹੀਂ ਮੰਨਦਾ। ਓੰਕਾਰ ਲਖੈ ਜੋ ਕੋਈ, ਜੇ ਕੋਈ ਮਨੁੱਖ ਉਸ ਸਰਬ ਵਿਆਪਕ ਪ੍ਰਮਾਤਮਾ ਨੂੰ ਸਮਝ ਲਏ, ਭਾਵ ਕਿ ਆਪਣੇ ਅੰਦਰ ਉਹਨੂੰ ਅਨੁਭਵ ਕਰ ਲਏ, ਸੋਈ ਲੱਖ ਮੇਟਣਾ ਨਾ ਹੋਈ, ਤਾਂ ਉਸ ਨੂੰ ਸਮਝਿਆ ਉਸ ਮਨੁੱਖ ਦੀ ਉਸ ਉੱਚੀ ਆਤਮਿਕ ਸੁਰਤ ਦਾ ਨਾਸ ਨਹੀਂ ਹੁੰਦਾ। ਦੇਖੋ, ਸਾਡੀ ਆਤਮਿਕ ਅਵਸਥਾ ਜਦ ਉੱਚੀ ਹੋਏਗੀ ਤਦ ਹੀ ਅਸੀਂ ਪਰਮਾਤਮਾ ਨੂੰ ਆਪਣੇ ਅੰਦਰ ਅਨੁਭਵ ਕਰ ਸਕਾਂਗੇ, ਤੇ ਜਦ ਕਰ ਲਿਆ ਤੇ ਉਹਦੇ ਨਾਲ ਸਾਡੀ ਉਹ ਉੱਚੀ ਅਵਸਥਾ ਜੋ ਹਾਸਲ ਅਸੀਂ ਕਰ ਲਈ ਹੈ ਉਹ ਨਹੀਂ ਮਿਟਦੀ। ਇਹ ਗੱਲ ਕਬੀਰ ਜੀ ਇੱਥੇ ਕਹਿ ਰਹੇ ਹਨ। ਕੱਕਾ ਕਿਰਨ ਕਮਲ ਮਹਿ ਪਾਵਾਂ, ਸੱਸ ਵਿਗਾਸ ਸੰਪਟ ਨਹੀਂ ਆਵਾਂ। ਕਮਲ ਦੇ ਫੁੱਲ ਦੇ ਉੱਪਰ ਜਦ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਤਾਂ ਉਹ ਫੁੱਲ ਖਿੜ ਜਾਂਦਾ ਹੈ, ਤੇ ਰਾਤ ਹੋਣ ਤੇ ਜਦ ਚੰਦਰਮਾ ਦੀ ਚਾਨਣੀ ਦਾ ਸਮਾਂ ਆਉਂਦਾ ਹੈ ਤਾਂ ਉਦੋਂ ਉਹ ਫੁੱਲ ਫਿਰ ਤੋਂ ਮਿਟ ਜਾਂਦਾ ਹੈ, ਇਕੱਠਾ ਹੋ ਜਾਂਦਾ ਹੈ, ਬੰਦ ਹੋ ਜਾਂਦਾ ਹੈ। ਪਰ ਕਬੀਰ ਜੀ ਕਹਿੰਦੇ ਕਿ ਜੇਕਰ ਮੈਂ ਗਿਆਨ ਰੂਪ ਸੂਰਜ ਦੀ ਕਿਰਨ ਹਿਰਦੇ ਰੂਪ ਕੌਲ ਫੁੱਲ ਦੇ ਵਿੱਚ ਟਿਕਾ ਲਵਾਂ ਤਾਂ ਮਾਇਆ ਰੂਪ ਚੰਦਰਮਾ ਦੀ ਚਾਨਣੀ ਨਾਲ ਉਹ ਖਿੜਿਆ ਹੋਇਆ ਮੇਰਾ ਹਿਰਦਾ ਫੁੱਲ ਮੁੜ ਮੀਟਿਆ ਨਹੀਂ ਜਾਏਗਾ। ਬੇਸ਼ੱਕ ਅਸਲੀ ਜੋ ਕਮਲ ਦਾ ਫੁੱਲ ਹੈ ਉਹ ਚੰਦਰਮਾ ਦੀ ਚਾਨਣੀ ਦੇ ਆਉਣ ਤੇ ਮਿਟ ਜਾਂਦਾ ਹੈ, ਮੀਟਿਆ ਜਾਂਦਾ ਹੈ, ਬੰਦ ਹੋ ਜਾਂਦਾ ਹੈ, ਪਰ ਜਿਹੜਾ ਹਿਰਦੇ ਰੂਪ ਕਮਲ ਦਾ ਫੁੱਲ ਗਿਆਨ ਰੂਪ ਸੂਰਜ ਦੀ ਰੌਸ਼ਨੀ ਦੇ ਨਾਲ ਇੱਕ ਵਾਰ ਖਿੜ ਗਿਆ,
ਉਹ ਮਾਇਆ ਰੂਪ ਚੰਦਰਮਾ ਦੀ ਚਾਨਣੀ ਦੇ ਆਉਣ 'ਤੇ ਵੀ ਬੰਦ ਨਹੀਂ ਹੋਏਗਾ, ਮੀਟਿਆ ਨਹੀਂ ਜਾਏਗਾ। ਅਰ ਜੇ ਤਹਾਂ ਕੁਸਮ ਰਸ ਪਾਵਾਂ, ਅਕਹੈ ਕਹਾ ਕਹਿ ਕਾ ਸਮਝਾਵਾਂ। ਤੇ ਜੇ ਕਦੇ ਮੈਂ ਉਸ ਖਿੜਾਓ ਦੀ ਹਾਲਤ ਵਿੱਚ ਅੱਪੜ ਕੇ ਉਸ ਖਿੜੇ ਹੋਏ ਹਿਰਦੇ ਰੂਪ ਕੌਲ ਫੁੱਲ ਦਾ ਆਨੰਦ ਵੀ ਮਾਣ ਸਕਾਂ, ਤਾਂ ਉਸ ਦਾ ਬਿਆਨ ਅਕਹੈ ਹੈ, ਕਥਨ ਤੋਂ ਪਰੇ ਹੈ। ਉਹ ਮੈਂ ਆਖ ਕੇ ਕੀ ਸਮਝਾ ਸਕਦਾ ਹਾਂ। ਖੱਖਾ ਇਹ ਖੋੜ ਮਨ ਆਵਾ, ਖੋੜੇ ਛਾੜ ਨਾ ਦਾ ਦਿਸ਼ ਧਾਵਾ। ਕਈ ਰੁੱਖਾਂ ਦੇ ਜੋ ਟਾਹਣੇ ਹਨ ਉਹ ਅੰਦਰੋਂ ਖੋਖਲੇ ਹੋ ਜਾਂਦੇ ਹਨ, ਉਹਨਾਂ ਦੇ ਵਿੱਚ ਖੋੜਾਂ ਪੈ ਜਾਂਦੀਆਂ ਹਨ, ਮੋਰੀਆਂ ਹੋ ਜਾਂਦੀਆਂ ਨੇ, ਤੇ ਉਹ ਮੋਰੀਆਂ ਅਕਸਰ ਹੀ ਪੰਛੀਆਂ ਦਾ ਰਹਿਣ ਬਸੇਰਾ ਬਣ ਜਾਂਦੀਆਂ ਨੇ। ਪੰਛੀ ਉਹਨਾਂ ਦੇ ਵਿੱਚ ਜਿਉਂ ਦੀ ਤਿਉਂ ਵੀ ਰਹਿਣਾ ਸ਼ੁਰੂ ਕਰ ਦਿੰਦੇ ਨੇ ਜਾਂ ਉੱਥੇ ਆਪਣਾ ਆਲ੍ਹਣਾ ਬਣਾ ਲੈਂਦੇ ਨੇ। ਸਾਰਾ ਦਿਨ ਤੇ ਆਪਣੇ ਭੋਜਨ ਦੀ ਭਾਲ ਦੇ ਵਿੱਚ ਪੰਛੀ ਬਾਹਰ ਭਟਕਦੇ ਰਹਿੰਦੇ ਨੇ। ਜਦੋਂ ਆਰਾਮ ਕਰਨਾ ਹੁੰਦਾ ਹੈ ਤਾਂ ਵਾਪਸ ਉਸ ਖੋੜ ਦੇ ਵਿੱਚ ਆ ਕੇ ਆਰਾਮ ਕਰ ਲੈਂਦੇ ਨੇ। ਕਬੀਰ ਜੀ ਕਹਿੰਦੇ ਨੇ ਕਿ ਮਨੁੱਖਾ ਸਰੀਰ ਸਾਡੇ ਮਨ ਦੇ ਲਈ ਰਹਿਣ ਵਸੇਰਾ ਹੈ, ਬਿਲਕੁਲ ਉਵੇਂ ਹੀ ਜਿਵੇਂ ਰੁੱਖਾਂ ਦੀਆਂ ਖੋੜਾਂ ਪੰਛੀਆਂ ਦੇ ਲਈ ਰਹਿਣ ਵਸੇਰਾ ਹੁੰਦੀਆਂ ਨੇ। ਪਰ ਇਹ ਮਨ ਜੋ ਹੈ ਇਹ ਸਾਰਾ ਦਿਨ ਬਾਹਰ ਹੀ ਭਟਕਦਾ ਰਹਿੰਦਾ ਹੈ, ਆਪਣੇ ਰਹਿਣ ਵਸੇਰੇ ਨੂੰ ਛੱਡ ਕੇ ਅੰਤਰਾਤਮੇ ਦੇ ਵਿੱਚ ਧਿਆਨ ਨਹੀਂ ਧਰਦਾ। ਇਹ ਵਾਲੀ ਗੱਲ ਇਹਨਾਂ ਪੰਕਤੀਆਂ ਦੇ ਵਿੱਚ ਹੋ ਰਹੀ ਹੈ। ਖੱਖਾ ਇਹ ਖੋੜ ਮਨ ਆਵਾ। ਜਦੋਂ ਇਹ ਮਨ ਜਿਸ ਨੂੰ ਗਿਆਨ ਦੀ ਕਿਰਨ ਮਿਲ ਚੁੱਕੀ ਹੋਵੇ ਸਵੈ ਸਰੂਪ ਦੀ ਖੋੜ ਵਿੱਚ ਭਾਵ ਅੰਤਰ ਆਤਮੇ ਦੇ ਵਿੱਚ ਆ ਟਿਕਦਾ ਹੈ, ਤਾਂ ਇਸ ਆਲਣੇ ਨੂੰ ਛੱਡ ਕੇ ਦਸੀਂ ਪਾਸੀਂ ਨਹੀਂ ਦੌੜਦਾ। ਖੋੜੇ ਛਾੜ ਨਾ ਦਾ ਦਿਸ਼ ਧਾਵਾ। ਖਸਮੈ ਜਾਨ ਖਿਮਾ ਕਰ ਰਹਾ। ਖਸਮ ਪ੍ਰਭੂ ਦੇ ਨਾਲ ਸਾਂਝ ਪਾ ਕੇ ਖਿਮਾ ਦੇ ਸੋਮੇ ਪ੍ਰਭੂ ਵਿੱਚ ਟਿਕਿਆ ਰਹਿੰਦਾ ਹੈ, ਨਿਮਾਣਾ ਹੋ ਕੇ ਪ੍ਰਭੂ ਦੇ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ। ਤਉ ਹੋਏ ਨਿਖਿਓ ਅਖੈ ਪਦ ਲਹੈ। ਤੇ ਤਦੋਂ ਅਵਿਨਾਸ਼ੀ ਪ੍ਰਭੂ ਨਾਲ ਇੱਕ ਰੂਪ ਹੋ ਕੇ ਉਹ ਪਦ ਵੀ ਪ੍ਰਾਪਤ ਕਰ ਲੈਂਦਾ ਹੈ ਜੋ ਕਦੇ ਨਾਸ ਨਹੀਂ ਹੁੰਦੀ। ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਈ ਕਾਨਾ। ਜਿਸ ਮਨੁੱਖ ਨੇ ਸਤਿਗੁਰੂ ਦੇ ਬਚਨਾਂ ਦੇ ਰਾਹੀਂ, ਸਤਿਗੁਰੂ ਦੀ ਬਾਣੀ ਦੇ ਰਾਹੀਂ ਪਛਾਨਾ ਭਾਵ ਪ੍ਰਮਾਤਮਾ ਨੂੰ ਪਛਾਣ ਲਿਆ, ਉਹਦੇ ਨਾਲ ਸਾਂਝ ਪਾ ਲਈ। ਦੂਜੀ ਬਾਤ ਨਾ ਧਰਈ ਕਾਨਾ। ਉਹ ਪ੍ਰਭੂ ਦੀ ਸਿਫਤ ਸਲਾਹ ਤੋਂ ਬਿਨਾਂ ਕੋਈ ਹੋਰ ਗੱਲ ਆਪਣੇ ਕੰਨਾਂ 'ਤੇ ਨਹੀਂ ਧਰਦਾ, ਕਿਸੇ ਹੋਰ ਗੱਲ ਨੂੰ ਗੌਰ ਨਾਲ ਨਹੀਂ ਸੁਣਦਾ, ਕੋਈ ਹੋਰ ਗੱਲ ਉਹਦੇ ਮਨ ਨੂੰ ਖਿੱਚ ਨਹੀਂ ਪਾਉਂਦੀ। ਰਹੈ ਬਿਹੰਗਮ ਕਤੈ ਨਾ ਜਾਈ। ਬਿਹੰਗਮ ਤੋਂ ਭਾਵ ਪੰਛੀ। ਕਈ ਪੰਛੀ ਆਪਣਾ ਆਲ੍ਹਣਾ ਬਣਾ ਕੇ ਨਹੀਂ ਰਹਿੰਦੇ, ਉਹ ਕਿਸੇ ਵੀ ਰੁੱਖ 'ਤੇ ਰਾਤ ਕੱਟ ਲੈਂਦੇ ਨੇ, ਸੁਬਾਹ ਹੁੰਦੇ ਹੀ ਉੱਥੋਂ ਉੱਡ ਕੇ ਚਲੇ ਜਾਂਦੇ ਨੇ। ਉਸ ਰੁੱਖ ਦੇ ਨਾਲ ਉਹ ਮੋਹ ਨਹੀਂ ਪਾਉਂਦੇ। ਤਾਂ ਪ੍ਰਮਾਤਮਾ ਦੇ ਨਾਲ ਜਿੰਨੇ ਸਾਂਝ ਪਾ ਲਈ, ਰਹੈ ਬਿਹੰਗਮ ਕਤੈ ਨਾ ਜਾਈ, ਉਹ ਵੀ ਪੰਛੀਆਂ ਦੇ ਵਾਂਗ ਨਿਰਮੋਹ ਰਹਿੰਦਾ ਹੈ, ਕਿਤੇ ਵੀ ਭਟਕਦਾ ਨਹੀਂ, ਕਿਸੇ ਚੀਜ਼ ਦੇ ਨਾਲ ਆਪਣਾ ਮੋਹ ਨਹੀਂ ਪਾਉਂਦਾ। ਅਗੈ ਗਹੈ, ਗਹਿ ਗਗਨ ਰਹਾਈ। ਅਗੈ ਤੋਂ ਭਾਵ ਜਿਹਨੂੰ ਗਹਿਆ ਨਾ ਜਾ ਸਕੇ, ਜਿਹਨੂੰ ਫੜਿਆ ਨਾ ਜਾ ਸਕੇ। ਮਾਇਆ ਜਿਸ ਪ੍ਰਮਾਤਮਾ ਨੂੰ ਫੜ ਨਹੀਂ ਸਕਦੀ, ਗਹਿ ਉਸ ਨੂੰ ਉਹ ਮਨੁੱਖ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ। ਪ੍ਰਮਾਤਮਾ ਦੀ ਗੱਲ ਹੋ ਰਹੀ ਹੈ ਤੇ ਇਹਨਾਂ ਪੰਕਤੀਆਂ ਦੇ ਵਿੱਚ ਉਸ ਮਨੁੱਖ ਦੀ ਵੀ ਗੱਲ ਹੋ ਰਹੀ ਹੈ ਜਿਹਨੇ ਪ੍ਰਮਾਤਮਾ ਦੇ ਨਾਲ ਸਾਂਝ ਪਾ ਲਈ। ਸੋ ਜਿਹਨੇ ਪ੍ਰਮਾਤਮਾ ਨਾਲ ਸਾਂਝ ਪਾ ਲਈ ਉਹ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਜਿਹਨੂੰ ਮਾਇਆ ਨਹੀਂ ਫੜ ਸਕਦੀ। ਗਹਿ ਗਗਨ ਰਹਾਈ। ਤੇ ਪ੍ਰਮਾਤਮਾ ਨੂੰ ਹਿਰਦੇ ਵਿੱਚ ਵਸਾ ਕੇ ਆਪਣੀ ਸੁਰਤ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕਾਈ ਰੱਖਦਾ ਹੈ। ਜਿਵੇਂ ਕਿ ਅਕਸਰ ਵੇਖਿਆ ਹੋਵੇਗਾ, ਕਈ ਵਾਰ ਇੱਲ ਬਿਨਾਂ ਆਪਣੇ ਖੰਭ ਹਿਲਾਏ ਅਸਮਾਨ ਦੇ ਵਿੱਚ ਤਾਰੀਆਂ ਲਗਾ ਰਹੀ ਹੁੰਦੀ ਹੈ, ਭਾਵ ਕਿ ਉਹ ਮੌਜ ਵਿੱਚ ਹੁੰਦੀ ਹੈ, ਉਹਦਾ ਢਿੱਡ ਭਰਿਆ ਹੋਇਆ ਹੈ, ਮੌਜ ਦੇ ਵਿੱਚ ਹੈ। ਇਸੇ ਪ੍ਰਕਾਰ ਹੀ ਉਸ ਮਨੁੱਖ ਦਾ ਮਨ ਪ੍ਰਮਾਤਮਾ ਦੀ ਯਾਦ ਦੀ ਮੌਜ ਦੇ ਵਿੱਚ ਤਾਰੀਆਂ ਲਾਉਂਦਾ ਹੈ, ਉਹਦੀ ਤ੍ਰਿਪਤੀ ਹੋ ਚੁੱਕੀ ਹੁੰਦੀ ਹੈ। ਘੱਗਾ ਘਟ ਘਟ ਨਿਮਸੈ ਸੋਈ, ਘਟ ਫੂਟੇ ਘਟ ਕਭੈ ਨਾ ਹੋਈ। ਹਰੇਕ ਸਰੀਰ ਦੇ ਵਿੱਚ ਉਸ ਪ੍ਰਭੂ ਦਾ ਨਿਵਾਸ ਹੈ। ਪ੍ਰਮਾਤਮਾ ਹਰ ਸਰੀਰ ਦੇ ਵਿੱਚ ਘਟ ਘਟ ਦੇ ਵਿੱਚ ਵਸਦਾ ਹੈ। ਪਰ ਇਹ ਜੋ ਸਰੀਰ ਹਨ ਇਹ ਤੇ ਨਾਸਵੰਤ ਨੇ,
ਇਹ ਖਤਮ ਹੁੰਦੇ ਰਹਿੰਦੇ ਨੇ। ਘਟ ਫੂਟੇ ਭਾਵ ਜੇ ਕੋਈ ਸਰੀਰ ਰੂਪ ਘੜਾ ਭੱਜ ਵੀ ਜਾਏ, ਫੁੱਟ ਵੀ ਜਾਏ, ਘਟ ਕਭੈ ਨਾ ਹੋਈ। ਪ੍ਰਮਾਤਮਾ ਦੀ ਹੋਂਦ ਵਿੱਚ ਕੋਈ ਘਾਟ ਨਹੀਂ ਆਉਂਦੀ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਪ੍ਰਮਾਤਮਾ ਦੀ ਹੋਂਦ ਜਿਉਂ ਦੀ ਤਿਉਂ ਬਰਕਰਾਰ ਰਹਿੰਦੀ ਹੈ। ਤਾਂ ਘਟ ਮਾਹੇ ਘਾਟ ਜੋ ਪਾਵਾ, ਇਸ ਸਰੀਰ ਦੇ ਅੰਦਰ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੇ ਲਈ ਘਾਟ ਜਾਣੀ ਪੱਤਨ ਜਿਸ ਮਨੁੱਖ ਨੇ ਲੱਭ ਲਈ, ਸੋ ਘਟ ਛਾੜ ਅਵ ਘਟ ਕਤ ਧਾਵਾ। ਕਹਿੰਦੇ ਉਹ ਉਸ ਪੱਤਣ ਨੂੰ, ਉਸ ਘਾਟ ਨੂੰ ਛੱਡ ਕੇ ਹੋਰਨਾਂ ਖੱਡਾਂ ਵੱਲ ਕਦੋਂ ਭਟਕਦਾ, ਭਾਵ ਕਿ ਨਹੀਂ ਜਾਂਦਾ। ਜਿਨਨੇ ਇੱਕ ਵਾਰ ਸੰਸਾਰ ਸਮੁੰਦਰ ਦੀ ਪੱਤਣ ਆਪਣੇ ਅੰਦਰੋਂ ਹੀ ਲੱਭ ਲਈ, ਉਹ ਹੋਰਨਾਂ ਪੱਤਨਾਂ ਦੇ ਵੱਲ ਨਹੀਂ ਭਟਕਦਾ, ਉਹ ਵਾਪਸ ਤੋਂ ਉਸ ਸੰਸਾਰ ਸਮੁੰਦਰ ਦੇ ਵਿੱਚ ਤਾਰੀ ਨਹੀਂ ਲਾਉਂਦਾ, ਉਹ ਪਾਰ ਲੰਘ ਜਾਂਦਾ। ਨਈਆਂ ਨਿਗਰੈ ਸਨੇਹ ਕਰ ਨਿਰਵਾਰੋ ਸੰਦੇ, ਨਾਹੀ ਦੇਖ ਨਾ ਭਾਜੀਐ ਪਰਮ ਸਿਆਣਪ ਏ। ਨਿਗਰਹਿ ਤੋਂ ਭਾਵ ਚੰਗੀ ਤਰ੍ਹਾਂ ਫੜਨਾ, ਵਸ ਦੇ ਵਿੱਚ ਲਿਆਉਣਾ। ਹੇ ਭਾਈ, ਆਪਣੇ ਇੰਦਰੀਆਂ ਨੂੰ ਚੰਗੀ ਤਰ੍ਹਾਂ ਰੋਕ। 5 ਪਹਿਰੇਦਾਰਾਂ ਦੀ ਗੱਲ ਜੋ ਆਪਾਂ ਪਿਛਲੇ ਅੰਗ ਦੀ ਬਾਣੀ ਦੇ ਵਿੱਚ ਕੀਤੀ, ਇੰਦਰੀਆਂ ਨੂੰ ਚੰਗੀ ਤਰ੍ਹਾਂ ਰੋਕਣ ਤੋਂ ਭਾਵ ਕਿ ਉਹਨਾਂ ਨੂੰ ਪਹਿਰੇਦਾਰੀ ਤੱਕ ਹੀ ਸੀਮਤ ਰੱਖੋ, ਉਹਨਾਂ ਨੂੰ ਵਿਕਾਰਾਂ ਵੱਲ ਨਾ ਜਾਣ ਦਿਓ। ਸਨੇਹ ਕਰ ਭਾਵ ਪ੍ਰਮਾਤਮਾ ਦੇ ਨਾਲ ਪਿਆਰ ਕਰ, ਪ੍ਰਮਾਤਮਾ ਦੇ ਨਾਲ ਪਿਆਰ ਬਣਾ। ਨਿਰਵਾਰੋ ਸੰਦੇਹ, ਸ਼ੱਕ ਸਿਦਕਹੀਣਤਾ ਦੂਰ ਕਰ। ਸ਼ੱਕ ਨਾ ਕਰ ਪ੍ਰਮਾਤਮਾ ਦੀ ਹੋਂਦ ਦੇ ਬਾਰੇ 'ਚ, ਉਹਨੂੰ ਮੰਨ ਲੈ। ਨਾਹੀ ਦੇਖ ਨਾ ਭਾਜੀਐ, ਨਾਹੀ ਤੋਂ ਭਾਵ ਇਹ ਖਿਆਲ ਕਿ ਇਹ ਕੰਮ ਹੋ ਨਹੀਂ ਸਕਦਾ। ਕਹਿੰਦੇ ਇੱਦਾਂ ਦਾ ਖਿਆਲ ਕਰਕੇ ਇਸ ਕੰਮ ਵੱਲੋਂ ਭੱਜ ਨਹੀਂ ਜਾਣਾ ਚਾਹੀਦਾ। ਪਰਮ ਸਿਆਣਪ ਇਹ ਸਭ ਤੋਂ ਵੱਡੀ ਅਕਲ ਦੀ ਗੱਲ ਇਹੀ ਹੈ। ਜੇਕਰ ਕੋਈ ਮਨੁੱਖ ਇਹ ਕਹਿ ਲਵੇ, ਜੋ ਕਿ ਅਕਸਰ ਕਿਹਾ ਜਾਂਦਾ ਹੈ ਕਿ ਪ੍ਰਮਾਤਮਾ ਨੂੰ ਪਾਇਆ ਨਹੀਂ ਜਾ ਸਕਦਾ, ਇਹ ਜੋ ਪ੍ਰਮਾਤਮਾ ਨੂੰ ਪਾਇਆ ਨਹੀਂ ਜਾ ਸਕਦਾ ਖਿਆਲ ਹੈ, ਇਸੇ ਖਿਆਲ ਨੂੰ ਨਾ ਹੀ ਸ਼ਬਦ ਦੇ ਨਾਲ ਦਰਸਾਇਆ ਗਿਆ ਹੈ ਤੇ ਨਾਲ ਕਿਹਾ ਇਹ ਗਿਆ ਕਿ ਨਾ ਹੀ ਦੇਖ ਨਾ ਭਾਜੀਏ, ਕਿ ਇਹ ਵਾਲਾ ਖਿਆਲ ਕਰਕੇ ਇਸ ਕੰਮ ਤੋਂ ਭੱਜੋ ਨਾ ਕਿ ਪ੍ਰਮਾਤਮਾ ਦੇ ਨਾਲ ਸਾਂਝ ਨਹੀਂ ਬਣ ਸਕਦੀ। ਜ਼ਰੂਰ ਬਣ ਸਕਦੀ ਹੈ ਜੇ ਤੁਸੀਂ ਆਪਣੇ ਸ਼ੱਕ ਦੂਰ ਕਰਕੇ ਸਿਦਕ ਰੱਖੋ ਪ੍ਰਮਾਤਮਾ ਦੇ ਉੱਪਰ। ਸਭ ਤੋਂ ਵੱਡੀ ਅਕਲ ਦੀ ਗੱਲ ਇਹੀ ਹੈ। ਪਰਮ ਸਿਆਣਪ ਇਹ। ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰੈ ਚੇਤੋ ਚਿਤਕਾਰੀ। ਪ੍ਰਭੂ ਦਾ ਬਣਾਇਆ ਹੋਇਆ ਇਹ ਜਗਤ ਮਾਨੋ ਇੱਕ ਬਹੁਤ ਵੱਡੀ ਤਸਵੀਰ ਹੈ। ਇਹ ਭਾਈ, ਇਸ ਤਸਵੀਰ ਦੇ ਮੋਹ ਨੂੰ ਛੱਡ ਕੇ, ਤਜ ਚਿੱਤਰੈ ਚਿੱਤਰ ਦੇ ਮੋਹ ਨੂੰ ਛੱਡ ਦਿਓ, ਚੇਤੋ ਚਿਤਕਾਰੀ ਤਸਵੀਰ ਨੂੰ ਬਣਾਉਣ ਵਾਲੇ ਨੂੰ ਚੇਤੇ ਰੱਖੋ। ਇਸ ਸੰਸਾਰ ਦਾ ਮੋਹ ਛੱਡ ਕੇ ਇਸ ਸੰਸਾਰ ਦੀ ਰਚਨਾ ਜਿਸ ਪਰਮਾਤਮਾ ਨੇ ਕੀਤੀ ਹੈ ਉਹਦੇ ਨਾਲ ਆਪਣਾ ਪਿਆਰ ਬਣਾਓ। ਚਿੱਤਰ ਬਚਿੱਤਰ ਇਹ ਹੈ ਅਵਚੇਰਾ। ਵੱਡਾ ਝੰਬੇਲਾ ਇਹ ਹੈ ਕਿ ਇਹ ਸੰਸਾਰ ਰੂਪ ਤਸਵੀਰ ਮਨ ਨੂੰ ਮੋਹ ਲੈਣ ਵਾਲੀ ਹੈ। ਇਹ ਚਿੱਤਰ ਜੋ ਹੈ ਬਚਿੱਤਰ ਹੈ, ਮੋਹ ਲੈਣ ਵਾਲਾ ਹੈ। ਤਜ ਚਿੱਤਰੈ ਚਿੱਤ ਰਾਖ ਚਿਤੇਰਾ। ਸੋ ਇਸ ਮੋਹ ਤੋਂ ਜੇ ਬਚਣਾ ਤਾਂ ਤਸਵੀਰ ਦਾ ਖਿਆਲ ਛੱਡ ਕੇ ਤਸਵੀਰ ਨੂੰ ਬਣਾਉਣ ਵਾਲੇ ਵਿੱਚ ਆਪਣਾ ਮਨ ਨੂੰ ਪਰੋਈ ਰੱਖੋ। ਛੱਛਾ ਇਹ ਹੈ ਛਤਰਪਤ ਪਾਸਾ, ਸ਼ੱਕ ਕੇ ਨਾ ਰਹੋ ਛਾੜ ਕੇ ਨਾ ਆਸਾ। ਇਹ ਮੇਰੇ ਮਨ, ਹੋਰ ਆਸਾਂ ਛੱਡ ਕੇ ਤਕੜਾ ਹੋ ਕੇ ਕਿਉਂ ਤੂੰ ਚਿੱਤਰਕਾਰ ਪ੍ਰਭੂ ਪਾਸ ਹੀ ਨਹੀਂ ਰਹਿੰਦਾ। ਭਾਵ ਕਿਉਂ ਪ੍ਰਮਾਤਮਾ ਨਾਲ ਆਪਣੀ ਸਾਂਝ ਨਹੀਂ ਪਾਉਂਦਾ ਜੋ ਸਭ ਦਾ ਪਾਤਸ਼ਾਹ ਹੈ। ਰੇ ਮਨ ਮੈਂ ਤਉ ਛਿਨ ਛਿਨ ਸਮਝਾਵਾਂ, ਤਾਹੇ ਛਾੜ ਕਤ ਆਪ ਵਧਾਵਾ। ਹੇ ਮਨ, ਮੈਂ ਤੈਨੂੰ ਹਰ ਵੇਲੇ ਸਮਝਾਉਂਦਾ ਹਾਂ ਕਿ ਉਸ ਚਿੱਤਰਕਾਰ ਨੂੰ ਵਿਸਾਰ ਕੇ ਕਿੱਥੇ ਉਸ ਦੇ ਬਣਾਏ ਹੋਏ ਚਿੱਤਰ ਵਿੱਚ ਤੂੰ ਆਪਣੇ ਆਪ ਨੂੰ ਜਕੜ ਰਿਹਾ ਹੈ। ਜੱਜਾ ਜੋ ਤਨ ਜੀਵਤ ਜਰਾਵੈ, ਜੋਬਨ ਜਾਰ ਜੁਗਤ ਸੋ ਪਾਵੈ। ਜਦੋਂ ਕੋਈ ਜੀਵ ਮਾਇਆ ਦੇ ਵਿੱਚ ਰਹਿੰਦਾ ਹੋਇਆ ਹੀ ਸਰੀਰ ਦੀਆਂ ਵਾਸ਼ਨਾਵਾਂ ਨੂੰ ਸਾੜ ਲੈਂਦਾ ਹੈ, ਉਹ ਮਨੁੱਖ ਜਵਾਨੀ ਦਾ ਮਦ ਸਾੜ ਕੇ ਜੀਵਨ ਦੀ ਸਹੀ ਜਾਂਚ ਸਿੱਖ ਲੈਂਦਾ ਹੈ। ਜੋਬਨ ਜਾਰ ਜੁਗਤ ਸੋ ਪਾਵੈ। ਅਸ ਜਰ ਪਰ ਜਰ ਜਰ ਜਬ ਰਹੈ। ਜਦੋਂ ਮਨੁੱਖ ਆਪਣੇ ਧਨ ਦੇ ਹੰਕਾਰ ਨੂੰ ਤੇ ਪਰਾਈ ਦੌਲਤ ਦੀ ਆਸ ਨੂੰ ਸਾੜ ਕੇ ਆਪਣੇ ਵਿੱਤ ਵਿੱਚ ਰਹਿੰਦਾ,
ਖੁਸ਼ ਰਹਿੰਦਾ ਹੈ ਆਪਣੇ ਜੀਵਨ ਦੇ ਵਿੱਚ ਕਿ ਪ੍ਰਮਾਤਮਾ ਨੇ ਜੋ ਮੈਨੂੰ ਬਖਸ਼ ਦਿੱਤਾ ਮੈਂ ਉਹਦੇ ਵਿੱਚ ਖੁਸ਼ ਹਾਂ, ਮੇਰੀ ਉਹਦੇ ਵਿੱਚ ਤਸੱਲੀ ਹੈ। ਮੈਨੂੰ ਉਹਦਾ ਕੋਈ ਹੰਕਾਰ ਵੀ ਨਹੀਂ ਹੈ, ਕਿਉਂਕਿ ਉਹ ਜੋ ਬਖਸ਼ਿਆ ਹੋਇਆ ਹੈ ਮੇਰਾ ਨਹੀਂ, ਉਹ ਮੈਨੂੰ ਪ੍ਰਮਾਤਮਾ ਨੇ ਬਖਸ਼ਿਆ ਹੋਇਆ ਹੈ। ਦੂਜੇ ਕੋਲ ਕਿੰਨਾ ਹੈ ਉਹਦੇ ਨਾਲ ਮੈਨੂੰ ਫਰਕ ਨਹੀਂ ਪੈਂਦਾ। ਕਿਸੇ ਦੀ ਦੌਲਤ ਦੇ ਉੱਤੇ ਮੇਰੀ ਕੋਈ ਅੱਖ ਨਹੀਂ ਟਿਕੀ ਹੋਈ, ਮੈਂ ਕਿਸੇ ਤੋਂ ਕੁਝ ਖੋਣਾ ਨਹੀਂ। ਇਹ ਸੋਚ ਜਦੋਂ ਸਾਡੇ ਅੰਦਰ ਘਰ ਘਰ ਜਾਏ, ਤਬ ਜਾਏ ਜੋਤ ਉਜਾਰੋ ਲਹੈ, ਤਦੋਂ ਉੱਚੀ ਆਤਮਿਕ ਅਵਸਥਾ ਵਿੱਚ ਅੱਪੜ ਕੇ ਪ੍ਰਭੂ ਦੀ ਜੋਤ ਦਾ ਪ੍ਰਕਾਸ਼ ਸਾਡੇ ਅੰਦਰ ਹੋ ਜਾਂਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 340ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਕਬੀਰ ਜੀ ਦੁਆਰਾ ਰਚਿਤ 52 ਅੱਖਰੀ ਬਾਣੀ ਦੀ ਸ਼ੁਰੂਆਤ ਹੋਈ ਹੈ। ਊੜੇ ਤੋਂ ਸ਼ੁਰੂ ਹੋ ਕੇ ਜੱਜੇ ਤੱਕ ਦੀ ਜੋ ਬਾਣੀ ਹੈ ਉਹ ਆਪਾਂ ਪੜ੍ਹ ਲਈ ਹੈ। ਇਸ 52 ਅੱਖਰੀ ਦੀ ਬਾਣੀ ਨੂੰ ਆਪਾਂ ਇੱਦਾਂ ਹੀ ਨਿਰੰਤਰ ਰੱਖਾਂਗੇ ਅਗਲੇ ਅੰਗ ਦੀ ਬਾਣੀ ਦੇ ਵਿੱਚ। ਅੱਜ ਦੀ ਵੀਡੀਓ ਦੀ ਸਮਾਪਤੀ ਇੱਥੇ ਹੀ ਕਰਦੇ ਹਾਂ। ਫਤਿਹ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।